ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੋਸ਼ਲ ਵਰਡ, ਜਿੱਥੇ ਗੱਲਬਾਤ ਤਮਾਮ ਉਹਨਾਂ ਖਬਰਾਂ ਤੇ ਵੀਡੀਓਜ਼ ਦੀ ਕਰਾਂਗੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਸੋ ਨਜ਼ਰ ਮਾਰਦੇ ਹਾਂ ਇਹਨਾਂ ਤਮਾਮ ਖਬਰਾਂ ਅਤੇ ਵੀਡੀਓਜ਼ ਦੇ ਉੱਪਰ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ। ਇਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਨੂੰ ਮੁੜ ਤੋਂ ਖੋਲ੍ਹਿਆ ਜਾਵੇ। ਜੀ ਹਾਂ, ਮੁੱਖ ਮੰਤਰੀ ਪੰਜਾਬ ਵੱਲੋਂ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਹਾਲਾਤ ਪਹਿਲਾਂ ਦੇ ਨਾਲੋਂ ਸੁਧਰ ਰਹੇ ਨੇ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਕਰਤਾਰਪੁਰ ਲਾਂਘੇ ਨੂੰ ਮੁੜ ਤੋਂ ਖੋਲ੍ਹਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰਤਾਰਪੁਰ ਲਾਂਘੇ ਸੰਬੰਧੀ ਚਿੱਠੀ ਲਿਖੀ ਹੈ। ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, ਮੈਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦੁਬਾਰਾ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੇ ਲਈ ਚਿੱਠੀ ਲਿਖੀ ਹੈ। ਕੋਵਿਡ-19 ਦੇ ਹਾਲਾਤਾਂ ਦੇ ਵਿੱਚ ਆਉਂਦੇ ਸੁਧਾਰ ਨੂੰ ਦੇਖਦੇ ਹੋਏ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਸੰਗਤਾਂ ਦੀ ਮੰਗ ਨੂੰ ਦੇਖਦੇ ਹੋਏ ਉਹ ਦੁਬਾਰਾ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਤੇ ਵਿਚਾਰ ਕਰਨ। ਸੰਗਤਾਂ ਵਿੱਚ ਲੰਬੇ ਸਮੇਂ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਤਾਂਘ ਹੈ, ਜਿਸ ਨੂੰ ਪੂਰਾ ਕਰਨਾ ਸਾਡਾ ਫਰਜ਼ ਹੈ। ਖਾਲਸਾ ਏਡ ਵੱਲੋਂ ਪੰਜਾਬ ਦੇ ਵਿੱਚ ਆਪਣੀ ਸੇਵਾ ਨਿਭਾਈ ਜਾ ਰਹੀ ਹੈ, ਜਿਸ ਦੀ ਜਾਣਕਾਰੀ ਖੁਦ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਇੱਕ ਪਰਿਵਾਰ ਜਿਸ ਦਾ ਘਰ ਕੱਚਾ ਸੀ, ਪਰਿਵਾਰ ਦੇ ਹਾਲਾਤ ਅਜਿਹੇ ਸਨ ਕਿ ਉਹ ਪੱਕਾ ਘਰ ਨਹੀਂ ਬਣਾ ਸਕਦੇ ਤੇ ਉਸ ਤੋਂ ਬਾਅਦ ਖਾਲਸਾ ਏਡ ਸੰਸਥਾ ਵੱਲੋਂ ਇਸ ਪਰਿਵਾਰ ਦੇ ਵਾਸਤੇ ਪੱਕਾ ਘਰ ਬਣਾਇਆ ਗਿਆ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀ ਦਿੱਤੀ ਗਈ ਹੈ। ਮੇਜਰ ਸਿੰਘ ਜੀ ਪੰਜਾਬ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹਨ। ਉਹਨਾਂ ਦੇ 2 ਬੇਟੇ ਹਨ, ਜਿਨ੍ਹਾਂ ਵਿੱਚੋਂ ਇੱਕ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਹੈ ਤੇ ਦੂਸਰਾ ਬੇਟਾ ਕੰਮ ਨਹੀਂ ਕਰ ਸਕਦਾ। ਮੇਜਰ ਸਿੰਘ ਜੀ ਕੱਚੇ ਘਰ ਦੇ ਵਿੱਚ ਰਹਿ ਰਹੇ ਸਨ, ਜਿਸ ਦੀ ਹਾਲਤ ਬਹੁਤ ਮਾੜੀ ਸੀ। ਖਾਲਸਾ ਏਡ ਵੱਲੋਂ ਪਰਿਵਾਰ ਦੇ ਲਈ ਪੱਕਾ ਘਰ ਬਣਾਇਆ ਗਿਆ। ਅਸੀਂ ਸੰਗਤ ਅਤੇ ਆਪਣੇ ਸਾਰੇ ਸਮਰਥਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਸੇਵਾਵਾਂ ਚੱਲ ਰਹੀਆਂ ਹਨ। ਮੱਧ ਪ੍ਰਦੇਸ਼ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਸਕੂਲ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਕਾਫੀ ਬਾਂਦਰ ਇਸ ਸਕੂਲ ਦੇ ਵਿੱਚ ਆ ਗਏ। ਜੀ ਹਾਂ, ਇਹਨਾਂ ਬਾਂਦਰਾਂ ਵੱਲੋਂ ਪ੍ਰਿੰਸੀਪਲ ਦੀ ਕੁਰਸੀ ਦੇ ਉੱਪਰ ਕਬਜ਼ਾ ਕੀਤਾ ਗਿਆ। ਸੋਸ਼ਲ ਮੀਡੀਆ ਦੇ ਉੱਪਰ ਜੋ ਵੀਡੀਓ ਵਾਇਰਲ ਹੋ ਰਹੀ ਹੈ, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਂਦਰ ਵੱਲੋਂ ਪ੍ਰਿੰਸੀਪਲ ਦੀ ਕੁਰਸੀ ਦੇ ਉੱਪਰ ਕਬਜ਼ਾ ਕੀਤਾ ਗਿਆ। ਜਿਹੜਾ ਸਕੂਲ ਦਾ ਸਟਾਫ ਹੈ ਉਹ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਇਹ ਵੀ ਪਤਾ ਚੱਲਿਆ ਕਿ 2 ਜਾਣਿਆਂ ਨੂੰ ਇਹਨਾਂ ਬਾਂਦਰਾਂ ਵੱਲੋਂ ਕੱਟ ਵੀ ਲਿਆ ਗਿਆ। ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਮਾਸਟਰ ਸਲੀਮ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋਏ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮਾਸਟਰ ਸਲੀਮ ਜਾਣਬੁੱਝ ਕੇ ਆਪਣੀ ਗੱਡੀ ਜੈਗੁਆਰ ਅਤੇ ਬ੍ਰੈਸਲੇਟ ਦਿਖਾਉਂਦੇ ਹਨ, ਜਾਣੀ ਕਿ ਮਾਸਟਰ ਸਲੀਮ ਵੱਲੋਂ ਸ਼ੋਅ ਆਫ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਫਿਰ ਤੋਂ ਮਾਸਟਰ ਸਲੀਮ ਲਾਈਵ ਹੁੰਦੇ ਨੇ ਤੇ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਗਿਆ, ਜਿਨ੍ਹਾਂ ਨੇ ਮਾਸਟਰ ਸਲੀਮ ਦੇ ਉੱਪਰ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਹੈ। ਮਾਸਟਰ ਸਲੀਮ ਕਹਿੰਦੇ ਨੇ ਕਿ ਮੈਂ ਆਪਣੀ ਮਿਹਨਤ ਦੇ ਨਾਲ ਕਮਾਇਆ ਹੈ। ਕਦੀ ਮੈਂ ਲਾਈਵ ਜਦੋਂ ਕਰਦਾ ਹਾਂ ਗੱਡੀ ਦੇ ਵਿੱਚ ਬੈਠਾ ਹਾਂ ਤੇ ਗੱਡੀ ਤਾਂ ਨਜ਼ਰ ਆਉਂਦੀ ਹੈ। ਜਦੋਂ ਮੈਂ ਆਪਣੇ ਵਾਲਾਂ ਦੇ ਵਿੱਚ ਹੱਥ ਫੇਰਦਾ ਹਾਂ ਜਾਂ ਫਿਰ ਜਦੋਂ ਸਕਰੀਨ ਦੇ ਅੱਗੇ ਮੇਰਾ ਹੱਥ ਆ ਜਾਂਦਾ ਹੈ ਤਾਂ ਬ੍ਰੈਸਲੇਟ ਤਾਂ ਦਿਖਣਾ ਹੀ ਹੈ। ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਸ਼ੋਅ ਆਫ ਨਹੀਂ ਕਰਦਾ, ਬਲਕਿ ਇਹ ਮੇਰੀ ਮਿਹਨਤ ਦੀ ਕਮਾਈ ਹੈ। ਕੱਲ ਮੈਂ ਆਨਲਾइन ਹੋਇਆ ਸੀ, ਜਦੋਂ ਮੈਂ लाइव आया सी, बड़े सारे एक्चुअली सी हम लोग अपने गाने साथ की भी बात कर रहे थे और भोले की बारात 2 ਉਹਦੀ ਵੀ ਅਸੀਂ ਗੱਲ ਕਰ ਰਹੇ ਸੀ ਨਾ। ਤੇ ਕੱਲ 2-4 ਕਮੈਂਟ ਆਏ ਜੀ, ਤੁਸੀਂ ਆਪਣਾ ਬ੍ਰੈਸਲੇਟ ਦਿਖਾ ਰਹੇ ਹੋ, ਤੁਸੀਂ ਬਾਰ-ਬਾਰ ਆਪਣੀ ਜੈਗੁਆਰ ਦਿਖਾਉਂਦੇ ਰਹਿੰਦੇ ਹੋ। ਉਹ ਭਰਾਵਾ ਮਿਹਨਤ ਨਾਲ ਕਮਾਈਆਂ ਹੋਈਆਂ ਚੀਜ਼ਾਂ ਨੇ। ਜੇ
ਅਸੀਂ ਕੋਈ ਪੋਸਟ ਪਾ ਦਿੰਦੇ ਆ ਜਾਂ ਜੈਗੁਆਰ ਜਿਹੜੀ ਉਹਦੇ 'ਚ ਸਫ਼ਰ ਤਾਂ ਕਰਾਂਗੇ ਨਾ, ਹੁਣ ਲਈ ਹੈ ਤੇ ਉਹ ਚਲਾਵਾਂਗੇ ਤਾਂ ਸਹੀ ਨਾ, ਉਹ 'ਚ ਬੈਠਾਂਗੇ ਤਾਂ ਸਹੀ ਨਾ। ਜੇ ਉਹ 'ਚ ਲਾਈਵ ਹੋਵਾਂਗੇ ਤਾਂ ਨੈਚੁਰਲੀ ਜੈਗੁਆਰ ਦਿਖੂਗੀ। ਸੋ ਉਹ 'ਚ ਕੋਈ ਦਿਖਾਵਾ ਨਹੀਂ ਆ। 2-4 ਕਮੈਂਟ ਆਏ ਸੀ ਕਿ ਜੀ ਫੁਕਰੇਬਾਜ਼ੀ ਕਰ ਰਹੇ ਇਹ ਉਹ, ਜੇ ਫੁਕਰੇਬਾਜ਼ੀ ਕਰਨੀ ਹੁੰਦੀ ਨਾ ਵੈਸੇ ਹੀ ਬੰਦਾ ਕਈ ਵਾਰੀ ਐ ਹੱਥ ਲਾਉਂਦਾ ਆਪਣੇ ਆਪ ਨੂੰ ਜਾਂ ਐ ਕਰ ਲੈਂਦਾ ਤੇ ਉਹ ਦਿਖ ਜਾਂਦਾ ਹੈ ਨਾ, ਜਿੱਦਾਂ ਹੁਣ ਵੀ ਦਿਖਿਆ ਤੁਹਾਨੂੰ। ਤੇ ਉਹ ਮੇਰੇ ਭਰਾ, ਮੇਰੀ ਬੇਨਤੀ ਹੈ ਤੁਹਾਨੂੰ, ਸੜੋ ਨਾ, ਰੱਬ ਤੁਹਾਨੂੰ ਵੀ ਦਊਗਾ, ਤੁਸੀਂ ਵੀ ਪਾਇਓ ਬਰੈਸਲੇਟ ਵੀ, ਔਰ ਜੈਗੁਆਰ ਵੀ ਮਾਲਕ ਤੁਹਾਨੂੰ ਦੇਗਾ। ਬਾਕੀ ਅਸੀਂ ਦਿਖਾਉਣ ਦਿਖਾਉਣ ਵਾਲਾ ਸਿਸਟਮ ਸਾਡੇ ਕੋਲ ਬਿਲਕੁਲ ਨਹੀਂ ਹੈਗਾ, ਨਾ ਸਾਨੂੰ ਲੋੜ ਹੈ। ਜਿਨ੍ਹਾਂ ਨੇ ਬਹੁਤ ਸਾਰਾ ਗੱਡੀਆਂ ਲਈਆਂ ਜਾਂ ਕਈ ਐਸੇ ਸਿੰਗਰ ਸਾਡੇ ਹੈਗੇ ਨੇ, ਭਰਾ ਹੈਗੇ ਨੇ, ਉਹਨਾਂ ਨੇ ਮਿਹਨਤ ਨਾਲ ਆਪਣੀਆਂ ਗੱਡੀਆਂ ਲਈਆਂ ਯਾਰ, ਮਿਹਨਤ ਨਾਲ ਸੋਨਾ ਕਮਾਇਆ, ਮਿਹਨਤ ਨਾਲ ਪਿਆਰ ਕਮਾਇਆ, ਮਿਹਨਤ ਨਾਲ ਸਭ ਕੁਝ ਕਮਾਇਆ। ਅਸੀਂ ਕੋਈ ਲੁੱਟ ਕੇ ਥੋੜ੍ਹੀ ਲਿਆਏ ਹੈ ਨਾ। ਤੇ ਮੇਰੀ ਬੇਨਤੀ ਹੈ ਕਿ ਭਾਈ ਤੁਸੀਂ ਪਿਆਰ ਕਰ ਦਿਓ, ਮਿਹਰਬਾਨੀ, ਸ਼ੁਕਰੀਆ। ਤੇ ਜਿਹੜੇ 2-4 ਇੱਦਾਂ ਦੇ ਕਮੈਂਟ ਆਉਂਦੇ ਰਹਿੰਦੇ, ਪਤਾ ਨਹੀਂ ਕੌਣ ਸੀ ਉਹ, ਮੈਂ 2 ਕੇ ਕਮੈਂਟ ਦੇਖੇ, ਉਹਨਾਂ ਦਾ ਜਵਾਬ ਵੀ ਦਿੱਤਾ ਹੈ। ਬਟ ਐਨੀਵੇਜ਼ ਕੋਈ ਗੱਲ ਨਹੀਂ ਭਾਈ, ਅਸੀਂ ਕੁਛ ਵੀ ਦਿਖਾਵਾ ਨਹੀਂ ਕਰਦੇ। ਤੁਸੀਂ ਆਪਣੇ ਕੋਲ ਰੱਖੋ ਆਪਣਾ ਸੁਝਾਅ। ਸਾਨੂੰ ਆਲਰੇਡੀ ਪਤਾ ਹੈ, ਮੈਂ ਉਸ ਖਾਨਦਾਨ 'ਚੋਂ ਹਾਂ ਜਿੱਥੇ ਦਿਖਾਵੇਬਾਜ਼ੀ ਵਾਲੀ ਕੋਈ ਚੀਜ਼ ਹੀ ਹੈ ਨਹੀਂ, ਹੈ ਨਾ। ਥੈਂਕ ਯੂ। ਜੇ ਕੋਈ ਤੁਹਾਨੂੰ ਹੋਰ ਗੱਲ ਨਹੀਂ ਹੈਗੀ ਤੁਹਾਡੇ ਕੋਲ ਤੇ ਤੁਸੀਂ ਇਹ ਕਹਿਣ ਲੱਗ ਪਏ ਜੀ ਬ੍ਰੈਸਲੇਟ ਦਿਖਾਉਣ ਲੱਗ ਪਿਆ, ਆਹ ਦਿਖਾਉਣ ਲੱਗ ਪਿਆ, ਹੁਣ ਮੈਂ ਇੱਧਰਲੇ ਹੱਥ ਨੂੰ ਇੱਦਾਂ ਹਿਲਾਵਾਂਗਾ, ਬੰਦਾ ਹੱਥ ਪੈਰ ਵੀ ਨਾ ਹਿਲਾਵੇ। ਜਦੋਂ ਹੱਥ ਪੈਰ ਹਿਲਾਊਗਾ ਉਦੋਂ ਸਾਰਾ ਕੁਝ ਜੋ ਉਹਨੇ ਪਾਇਆ ਹੁੰਦਾ ਉਹਨੂੰ ਨਜ਼ਰ ਆਉਂਦਾ ਹੈ ਨਾ। ਤੇ ਜਦੋਂ ਗੱਡੀ 'ਚ ਬੈਠੂਗਾ ਗੱਡੀ ਵੀ ਨਜ਼ਰ ਆਉਂਦੀ ਹੈ ਕਿ ਕਿਹੜੀ ਗੱਡੀ ਲਈ ਉਹਨੇ। ਸੋ ਪਲੀਜ਼ ਖੁਸ਼ ਰਹੋ, ਮਾਲਕ ਤੁਹਾਨੂੰ ਤਰੱਕੀਆਂ ਦੇਵੇ। ਬਹੁਤ ਸਾਰੇ ਪਿਆਰ ਕਰਦੇ ਨੇ, ਪਰ 1-2 ਲੋਕ ਜਿਹੜੇ ਇੱਦਾਂ ਦੇ ਆ ਜਾਂਦੇ ਆ, ਉਹਨਾਂ ਵਾਸਤੇ ਇਹ ਮੈਸੇਜ ਆ ਤੁਹਾਡੇ ਸਾਰਿਆਂ ਲਈ। ਤੁਸੀਂ ਸਾਰੇ ਬਹੁਤ ਪਿਆਰ ਕਰਦੇ ਹੋ, ਤੁਹਾਡੀ ਮਿਹਰਬਾਨੀ। ਖੁਸ਼ ਰਹੋ, ਆਬਾਦ ਰਹੋ। ਲਵ ਯੂ ਸੋ ਮਚ। ਕਿਸਾਨਾਂ ਵੱਲੋਂ ਅੱਜ 5ਵੇਂ ਦਿਨ ਵੀ ਸੰਸਦ ਲਗਾਈ ਗਈ, ਜਿਸ ਦੇ ਵਿੱਚ ਵੱਡੀ ਗਿਣਤੀ ਕਿਸਾਨ ਪਹੁੰਚੇ ਨੇ। ਇਸ ਦੌਰਾਨ ਗਲਬ ਵੜੈਚ ਵੀ ਕਿਸਾਨਾਂ ਦੇ ਮੈਂਬਰ ਪਾਰਲੀਮੈਂਟ ਬਣ ਕੇ ਪਹੁੰਚੇ, ਜਿੱਥੇ ਉਹਨਾਂ ਵੱਲੋਂ ਕਿਸਾਨੀ ਮੁੱਦੇ ਨੂੰ ਕਿਸਾਨਾਂ ਦੀ ਸੰਸਦ ਦੇ ਵਿੱਚ ਚੁੱਕਿਆ ਗਿਆ। ਇਸ ਦੌਰਾਨ ਗਲਬ ਵੜੈਚ ਹਿੰਦੀ ਭਾਸ਼ਾ ਦੇ ਵਿੱਚ ਬੋਲੇ ਨੇ। ਉਹਨਾਂ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਉਹਨਾਂ ਨੇ ਇਸ ਦੀ ਜਾਣਕਾਰੀ ਵੀ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਹੈ। ਗਲਬ ਵੜੈਚ ਦਾ ਕਹਿਣਾ ਹੈ ਕਿ ਹਰ ਕਿਸੇ ਤੱਕ ਉਹਨਾਂ ਦੀ ਗੱਲ ਪਹੁੰਚ ਸਕੇ, ਖਾਸ ਕਰ ਇੱਕ ਜੋ ਮੀਡੀਆ ਦਾ ਵਰਗ ਹੈ ਉਸ ਤੱਕ ਉਹਨਾਂ ਦੀ ਗੱਲ ਪਹੁੰਚ ਸਕੇ। ਇਸ ਕਰਕੇ ਉਹਨਾਂ ਨੇ ਹਿੰਦੀ ਭਾषा ਦੇ ਵਿੱਚ ਆਪਣਾ ਪੱਖ ਤੇ ਆਪਣੀ ਗੱਲ ਨੂੰ ਰੱਖਿਆ है। इन बिलों का जो काले कानून है, डेथ वारंट है किसानों को, इनका मैं भी पहले दिन से विरोध कर रहा हूँ। लेकिन आज जो हम बात कर रहे हैं, जो एग्रीकल्चर का जो प्रोडक्शन और एग्रीमेंट प्राइस इंश्योरेंस की और फार्मर इम्प्रूवमेंट की, इसमें सबसे बड़ी बात है कि जब बोलते हैं कि किसानों की जमीन चली जाएगी, इसका सबसे बड़ा पॉइंट क्या है? इसमें जो भी जब हमसे कॉन्ट्रैक्ट करेंगे ये लोग, तो इसमें वो लोन नहीं लेंगे, लेकिन उसमें उसके पहली में जो खेत में जो स्ट्रक्चर होगा वो अपनी मर्जी से बना सकते हैं। मुझसे अगर 1 साल के लिए किसी ने खेती कॉन्ट्रैक्ट के लिए जमीन मेरी ले ली खेती के लिए, और फार्मिंग फिश फार्मिंग करते हैं वो भी इसी खेती में आता है। अगर मेरी पहली में मेरे खेत में तालाब तोड़ दिया, तालाब बना के उसमें फिश डाल दी, और 6 महीने बाद बोला कि तुम्हारा कॉन्ट्रैक्ट मेरे साथ अच्छा नहीं है, तुम्हारे फिश का साइज अच्छा नहीं है, जहाँ ये पानी अच्छा नहीं है, तो वो छोड़ के चला गया, तो उस तालाब को किसान कैसे भरेगा? तो उसको मजबूरन उस कॉर्पोरेट घराने को अपनी जमीन देनी पड़ेगी। किस ढंग से हमारी जमीन जाएगी? उसके बाद अगर किसी वजह किसान पैसा नहीं देता है कॉर्पोरेट का, तो सिर्फ एसडीएम के पास जा सकता है। तो एसडीएम की क्या हालत है हमारे पंजाब में, किस सारे देश में? अगर कोई वीआईपी आता है तो एसडीएम वहां पे ऐसे खड़ा होता है उसकी वेलकम के लिए। लेकिन अगर किसी वजह से किसान ने पैसे ना देने हो गए, किसान ने पैसे नहीं दिए कंपनी के, तो कंपनी का वो सारा रेवेन्यू डिपार्टमेंट में उसका सारा चलेगा और सरकार उसको पैसा देगी। लेकिन अगर कंपनी किसान को पैसा नहीं देगी तो कंपनी एसडीएम के पास जाएगा। सो ये बहुत बड़े क्लाउड हैं, लेकिन टाइम बहुत कम है, इसलिए ये जो बहुत बड़े पॉइंट है कि खेती हमारी जमीन कैसे जाएगी और किसान एसडीएम के पास जाके क्या करेगा। और अगर कंपनी भागेगी तो कंपनी कुछ भी कर सकती है। जैसे कि हमारा आलू की खेती पेप्सो ने की, जैसे मेरे ये कड़ा डाला हुआ है, बाद में किया कि अगर कड़े से आलू निकलेगा तब देंगे। ऐसे ही ये हमारी धान का, गेहूं का और किसी भी फसल का करेंगे, ये साइज तय कर देंगे। हमारी खेती कुदरत में होती है, खुले
समान में होती है। कभी दाना पानी ज्यादा पड़ गया, दाना काला भी हो सकता है, बारिश नहीं हुई तो हमारा दाना सूख भी सकता है, तो ये बीच में छोड़ देंगे, लेकिन हमारे पास कोई हल नहीं है, कहीं नहीं जा सकेंगे। इससे किसान मरेगा, मजबूरन वो अपना स्ट्रक्चर बीच में छोड़ेंगे। किसान उसमें जो भी स्ट्रक्चर छोड़ेंगे निकाल नहीं पाएगा, मजबूरन उनको जमीन देगा, फिर वो सब कुछ खोद के बड़े बड़े क्लस्टर, बड़े बड़े फार्म हाउस बनाएंगे और उसमें जो ऐसे अमेरिका यूएसए में खेती होती है वैसे खेती करेंगे आने वाले 10 साल में, अगर ये कानून रद्द नहीं होते। ਦਿੱਲੀ ਬਾਰਡਰਾਂ ਤੋਂ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਭਾਰੀ ਬਰਸਾਤ ਦੇ ਕਾਰਨ ਥਾਂ-ਥਾਂ ਦੇ ਉੱਪਰ ਪਾਣੀ ਇਕੱਠਾ ਹੋਇਆ ਹੈ। ਕਿਸਾਨਾਂ ਦੇ ਜੋ ਟੈਂਟ ਲਗਾਏ ਗਏ ਸਨ ਉਹਨਾਂ ਦੇ ਵਿੱਚ ਵੀ ਪਾਣੀ ਭਰ ਗਿਆ। ਕਿਸਾਨਾਂ ਵੱਲੋਂ ਵੀ ਇੱਥੇ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਨੂੰ ਜਵਾਬ ਦਿੱਤਾ ਜਾ ਰਿਹਾ ਹੈ ਜਿਹੜੇ ਕਹਿ ਰਹੇ ਨੇ ਕਿ ਕਿਸਾਨ ਤਾਂ ਬਾਰਡਰ ਦੇ ਉੱਪਰ ਮੌਜਾਂ ਕਰ ਰਹੇ ਨੇ। ਕਿਹਨਾਂ ਹਾਲਾਤਾਂ ਦੇ ਵਿੱਚ ਇੱਥੇ ਕਿਸਾਨ ਡਟੇ ਹੋਏ ਨੇ, ਇਹ ਲਗਾਤਾਰ ਜਿਹੜੀਆਂ ਤਸਵੀਰਾਂ ਤੇ ਵੀਡੀਓ ਦਿਖਾਈਆਂ ਜਾ ਰਹੀਆਂ ਨੇ। ਸੋਸ਼ਲ ਮੀਡੀਆ ਦੇ ਉੱਪਰ ਅਜਿਹੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਜਿੱਥੇ ਕਿਸਾਨਾਂ ਵੱਲੋਂ ਆਪਣੇ ਮੰਜੇ ਡਾਹੇ ਗਏ ਨੇ ਉੱਥੇ ਪਾਣੀ ਜਮ੍ਹਾਂ ਹੋਇਆ ਹੈ, ਪਰ ਫਿਰ ਵੀ ਕਿਸਾਨਾਂ ਵੱਲੋਂ ਹੌਸਲਾ ਤੇ ਹਿੰਮਤ ਨਹੀਂ ਛੱਡਿਆ ਗਿਆ। ਜਿਸ ਤਰ੍ਹਾਂ ਪਹਿਲਾਂ ਉਹਨਾਂ ਵੱਲੋਂ ਹਰ ਮੌਸਮ ਦਾ ਸਾਹਮਣਾ ਕੀਤਾ ਹੈ, ਉਸੇ ਤਰ੍ਹਾਂ ਬਰਸਾਤ ਦੇ ਵਿੱਚ ਵੀ ਕਿਸਾਨ ਲਗਾਤਾਰ ਆਪਣੇ ਹੱਕਾਂ ਦੀ ਰਾਖੀ ਦੇ ਵਾਸਤੇ ਡਟੇ ਹੋਏ ਨੇ। ਇੱਕ ਪਾਸੇ ਸੰਸਦ ਦਾ ਮੌਨਸੂਨ ਇਜਲਾਸ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਕਿਸਾਨਾਂ ਵੱਲੋਂ ਰੋਜ਼ਾਨਾ ਆਪਣੀ ਸੰਸਦ ਲਗਾਈ ਜਾਂਦੀ ਹੈ ਜਿੱਥੇ ਲਗਾਤਾਰ ਕਿਸਾਨੀ ਮੁੱਦਾ ਚੁੱਕਿਆ ਜਾ ਰਿਹਾ ਹੈ। ਅੱਜ ਕਿਸਾਨਾਂ ਵੱਲੋਂ 5ਵੇਂ ਦਿਨ ਆਪਣੀ ਸੰਸਦ ਲਗਾਈ ਗਈ। ਭਾਰੀ ਬਰਸਾਤ ਹੋ ਰਹੀ ਸੀ ਪਰ ਫਿਰ ਵੀ ਕਿਸਾਨਾਂ ਦੇ ਜਿਹੜੇ ਹੌਸਲੇ ਸੀ ਉਹ ਨਹੀਂ ਡੋਲੇ। ਇਸ ਭਾਰੀ ਬਰਸਾਤ ਦੇ ਵਿੱਚ ਵੀ, ਮੀਂਹ ਦੇ ਮੌਸਮ ਦੇ ਵਿੱਚ ਵੀ ਕਿਸਾਨ ਉਸੇ ਤਰ੍ਹਾਂ ਸੰਸਦ ਦੇ ਵਿੱਚ ਪਹੁੰਚੇ ਨੇ ਜਿਸ ਤਰ੍ਹਾਂ ਉਹ ਪਿਛਲੇ ਦਿਨਾਂ ਦੇ ਵਿੱਚ ਇੱਥੇ ਪਹੁੰਚ ਰਹੇ ਸਨ। ਅੱਜ ਕਿਸ ਤਰ੍ਹਾਂ ਦੀ ਕਾਰਵਾਈ ਰਹੀ ਹੈ ਕਿਸਾਨਾਂ ਦੀ ਸੰਸਦ ਦੀ, ਇਸ ਦੀ ਜਾਣਕਾਰੀ ਵੀ ਕਿਸਾਨਾਂ ਵੱਲੋਂ ਖੁਦ ਸਾਂਝੀ ਕੀਤੀ ਗਈ ਹੈ। ਸਾਥੀਓ, ਅੱਜ 5ਵੇਂ ਦਿਨ ਦੀ ਸੰਸਦ ਜਿਹੜੀ ਹੈ ਉਹਦੇ ਵਾਸਤੇ ਜੋ ਦਿੱਲੀ ਨੂੰ ਕਾਫਲੇ ਰਵਾਨਾ ਹੋਏ ਸਨ, ਉਹ ਰਸਤੇ ਦੇ ਵਿੱਚ ਕਿਉਂਕਿ ਪੁਲਿਸ ਰੋਕ ਕੇ ਹਮੇਸ਼ਾ ਚੈਕਿੰਗ ਕਰਦੀ ਹੈ, ਉਹ ਬੱਸਾਂ ਚੈੱਕ ਕਰਕੇ ਹੁਣ ਅੱਗੇ ਚਾਲੇ ਪਾ ਦਿੱਤੇ ਹੈ। ਦਿੱਲੀ 'ਚ ਐਂਟਰ ਕਰ ਗਏ ਆਪਾਂ ਤੇ ਜੰਤਰ ਮੰਤਰ ਤੇ ਅੱਜ ਦੀ ਵੀ ਸੰਸਦ ਲੱਗੇਗੀ। ਬੇਸ਼ੱਕ ਕਹਿ ਦਿਓ ਕਿ ਵਾਹਿਗੁਰੂ ਵੀ ਪ੍ਰੀਖਿਆ ਲੈ ਰਿਹਾ, ਸਾਡੀ ਇਮਤਿਹਾਨ ਲੈ ਰਿਹਾ ਹੈ। ਬਾਰਿਸ਼ ਬੜੀ ਜ਼ੋਰ ਦੀ ਹੈ। ਬੱਸਾਂ ਵਿਖਾਓ, ਪਿੱਛੇ ਦੇਖੋ ਲਾਈਨ ਬੱਸਾਂ ਦੀ ਲੱਗੀ ਹੋਈ ਹੈ, ਉਹ ਮੜੇ ਜਾ ਉੱਪਰ ਦੀ ਕਰਕੇ ਵਿਖਾ ਦਿਓ। ਸੋ ਉਹ ਕਾਫੀ ਮਤਲਬ ਕਾਫਲਾ ਵੱਡਾ ਆਪਣਾ ਸਾਰਾ ਹੀ ਆ ਰਿਹਾ ਹੈ। ਕਰ ਲਓ, ਫਿਰ ਬੱਸਾਂ ਵਿਖਾਵਾਂਗੇ। ਸੋ ਅੱਜ ਦੀ ਸੰਸਦ ਨਿਵੇਕਲੀ ਹੋਏਗੀ ਕਿਉਂਕਿ ਜਿਹੜੀ ਸੰਸਦ MP ਲਾਉਂਦੇ ਨੇ, ਜਿਹੜੇ ਅਸੀਂ ਚੁਣ ਕੇ ਭੇਜੇ ਹੋਏ ਨੇ, ਉਹ ਸਰਕਾਰੀ ਤੰਤਰ ਸਾਰਾ ਲਾ ਕੇ, ਸਰਕਾਰੀ ਪੈਸਾ ਲਾ ਕੇ, ਜਿਹੜੇ ਸਾਡੇ ਲੋਕਾਂ ਦੇ ਹੱਕਾਂ ਦੀ ਕਮਾਈ ਲਾ ਕੇ ਉੱਥੇ ਬਹਿੰਦੇ ਨੇ ਅੰਦਰ। ਪਰ ਕਿਸਾਨ ਜਿਹੜੀ ਸੰਸਦ ਹੈ ਉਹ ਅੱਜ ਬਾਰਿਸ਼ ਦੇ ਵਿੱਚ ਲੱਗੇਗੀ। ਬੇਸ਼ੱਕ ਥੋੜਾ ਬਹੁਤ ਟੈਂਟ ਲੱਗਿਆ ਹੋਇਆ, ਪਰ ਕਿਸਾਨਾਂ ਦੇ ਹੌਸਲੇ ਪਸਤ ਨਹੀਂ ਹੋਏ, ਚੜ੍ਹਦੀ ਕਲਾ 'ਚ ਨੇ। ਔਰ ਉੱਥੇ ਜਦੋਂ ਬੱਸਾਂ ਚੈੱਕ ਕਰਦੇ ਸੀ ਲਾ ਕੇ, ਕੱਲੀ ਕੱਲੀ ਬੱਸ 'ਚ ਉਤਰਦੇ ਸੀ ਤਾਂ ਸਾਰੇ ਜੈਕਾਰੇ ਲਾਉਂਦੇ ਸਨ ਔਰ ਮੋਦੀ ਮੁਰਦਾਬਾਦ ਦੇ ਵੀ ਲਾਉਂਦੇ ਸਨ, ਕਿਸਾਨ ਏਕਤਾ ਜਿੰਦਾਬਾਦ ਦੇ ਵੀ ਲਾਉਂਦੇ ਸਨ। ਸੋ ਇਹ ਕਹਿ ਦਿਓ ਕਿ ਬਿਲਕੁਲ ਚੜ੍ਹਦੀ ਕਲਾ 'ਚ ਨੇ ਕਿਸਾਨ। ਇਹ ਸਰਕਾਰ ਨੂੰ ਸਮਝਣਾ ਚਾਹੀਦਾ, ਇਹ ਇੱਦਾਂ ਦਾ ਮੀਂਹ, ਕੋਈ ਠੰਡ, ਕੋਈ ਗਰਮੀ ਕਿਸਾਨਾਂ ਦਾ ਕੁਝ ਨਹੀਂ ਵਿਗਾੜ ਸਕਦੇ, ਕਿਉਂਕਿ ਕਿਸਾਨ ਤਾਂ ਬਣਿਆ ਹੀ ਇਹਦੇ ਲਈ ਹੈ ਕਿ ਬਿਲਕੁਲ ਪੈਂਦੀ ਬਰਫ਼ ਦਾ ਵਾਂਗੂ ਕੋਰੇ ਦੇ ਵਿੱਚ ਕੰਮ ਕਰਦਾ ਹੈ, ਬਲਦੀ ਅੱਗ 'ਚ ਕੰਮ ਕਰਦਾ ਹੈ ਜਦੋਂ ਟੈਂਪਰੇਚਰ 47 ਡਿਗਰੀ ਹੁੰਦਾ ਹੈ। ਔਰ ਜਦੋਂ ਮੀਂਹ ਪੈਂਦਾ, ਹਨੇਰੀਆਂ ਆਉਣੀਆਂ, ਤੂਫਾਨ ਆਉਂਦੇ ਆ, ਉਦੋਂ ਵੀ ਆਪਣੀ ਫਸਲ ਵੱਲੋਂ ਦੀ ਚਿੰਤਾ ਹੁੰਦੀ, ਫਿਕਰ ਹੁੰਦੀ ਹੈ। ਸੋ ਇਸ ਕਰਕੇ ਇਹ ਕਿਸਾਨ ਪਿੱਛੇ ਨਹੀਂ ਹਟੂਗਾ ਜਿੰਨਾ ਚਿਰ ਇਹ ਸਰਕਾਰ ਤਿੰਨੋਂ ਕਾਲੇ ਕਾਨੂੰਨ ਵਾਪਸ ਨਹੀਂ ਕਰਦੀ। ਇਹ ਤਿੰਨੋਂ ਕਾਲੇ ਕਾਨੂੰਨ ਜਿਹੜੇ ਆ ਸਰਕਾਰ ਨੂੰ ਵਾਪਸ ਕਰਨੇ ਪੈਣਗੇ ਔਰ MSP ਦੇ ਲਿਖਤ ਗਰੰਟੀ ਦੇਣੀ ਪਊਗੀ। ਕੋਈ ਗੱਲ ਨਹੀਂ, ਜੇ ਸਰਕਾਰ ਚਾਹੁੰਦੀ ਹੈ ਲੰਬਾ ਚਲਾਉਣਾ ਤਾਂ ਵੀ ਕੋਈ ਪਰਵਾਹ ਨਹੀਂ, ਇਹ ਸਰਕਾਰ ਨੂੰ ਚਲਤਾ ਕਰ ਦਿਆਂਗੇ। 2024 ਤੱਕ ਬੈਠੇ ਆ, ਪੱਕੇ ਮਕਾਨ ਬਣਾ ਲਏ ਆ ਡੇਰਿਆਂ ਨੇ, ਆਪਣੇ ਸਾਰਿਆਂ ਨੇ ਪੱਕੀਆਂ ਰਹਿਸ਼ਾਂ ਕਰ ਲਈਆਂ ਸੜਕ ਦੇ ਉੱਪਰ ਹੀ, ਉੱਥੇ ਸਿੰਘੂ ਬਾਰਡਰ ਤੇ। ਔਰ ਅੱਜ ਸਰਕਾਰ ਦੀ ਜ਼ਰੂਰਤ ਨਹੀਂ ਕਿ ਉਹ ਕਿਸੇ ਨੂੰ ਉਠਾਲ ਸਕੇ। ਆਪਾਂ ਜਦੋਂ ਸੜਕ ਬੰਦ ਕਰਦੇ ਆ ਤੇ ਸਰਕਾਰ ਆਉਂਦੀ ਹੈ ਭੱਜੀ, ਫਿਰ ਕਦੇ ਡਾਂਗਾਂ ਲੈ ਕੇ ਆਉਂਦੇ, ਕਦੇ ਕੁਛ ਲੈ ਕੇ ਆਉਂਦੇ ਆ, ਪਰ ਕਿਸਾਨ ਪਹਿਲੇ ਦਿਨ ਤੋਂ ਡਟਿਆ ਹੋਇਆ। ਸੜਕਾਂ ਬੰਦ ਕਰਕੇ ਇਹਨਾਂ ਦੀ ਜਿਹੜੀ ਨੈਸ਼ਨਲ ਹਾਈਵੇ ਘੇਰ ਕੇ ਬੈਠੇ ਆ, ਇਹ ਸਰਕਾਰ ਦੇ ਨੱਕ 'ਚ ਦਮ ਕੀਤਾ ਹੋਇਆ। ਜੇ ਜ਼ਰੂਰਤ ਹੈ ਸਰਕਾਰ ਦੇ ਵਿੱਚ ਤਾਂ ਕਿ ਠਾਲ ਕੇ ਵਿਖਾਵੇ,
ਨਹੀਂ ਤਾਂ ਕਾਨੂੰਨ ਵਾਪਸ ਕਰੇ, ਫਿਰ ਕਿਸਾਨ ਵਾਪਸ ਜਾਏਗਾ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਵਿੱਚ ਭਾਰੀ ਬਰਸਾਤ ਹੋਈ ਹੈ, ਜਿਸ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਬਣ ਗਏ। ਇੱਥੇ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਪਾਣੀ ਦੇ ਵਿੱਚ 4 ਸਾਲ ਦਾ ਬੱਚਾ ਅਤੇ ਮਾਂ ਰੁੜ ਗਈ। ਹੁਣ ਪ੍ਰਸ਼ਾਸਨ ਵੱਲੋਂ ਇੱਥੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ 4 ਸਾਲ ਦੇ ਬੱਚੇ ਅਤੇ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਕੁੱਲੂ ਦੇ ਵਿੱਚ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਅਕਾਲੀ ਦਲ ਵੱਲੋਂ ਇੱਕ ਵਾਰ ਫਿਰ ਤੋਂ ਸਕਾਲਰਸ਼ਿਪ ਘੁਟਾਲੇ ਦਾ ਮੁੱਦਾ ਚੁੱਕਿਆ ਗਿਆ ਹੈ। ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਨੇ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਦਾ ਹੱਕ ਮਾਰਿਆ ਗਿਆ। ਇਸ ਘੁਟਾਲੇ ਦੇ ਬਾਰੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਸਰਕਾਰ ਦੇ ਉੱਪਰ ਖੜੇ ਕੀਤੇ ਨੇ। ਕੀ ਉਹਨਾਂ ਦਾ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। ਸਾਧੂ ਸਿੰਘ ਧਰਮਸੋਤ ਦਾ ਜਿਹੜਾ ਪੋਸਟ ਮੈਟ੍ਰਿਕ SC/BC ਸਕਾਲਰਸ਼ਿਪ ਜਿਹੜਾ ਉਹਨਾਂ ਨੇ ਬਹੁਤ ਵੱਡਾ 55.71 ਕਰੋੜ ਦਾ ਘੁਟਾਲਾ ਜਿਹੜਾ ਉਹਨਾਂ ਦੇ ਆਪਣੇ ਉਸ ਵੇਲੇ ਦੇ ਜਿਹੜੇ ਐਡੀਸ਼ਨਲ ਮੁੱਖ ਸਕੱਤਰ ਮਹਿਕਮੇ ਦੇ ਹੈੱਡ ਸੀ ਉਹਨਾਂ ਨੇ ਕੱਢਿਆ ਸੀ। ਬੜੀ ਹੈਰਾਨੀ ਦੀ ਗੱਲ ਹੈ ਕਿ ਮਹਿਕਮੇ ਦੇ ਸੈਕਟਰੀ ਨੇ ਕਿਹਾ ਕਿ ਸਾਡੇ ਮੰਤਰੀ ਸਾਹਿਬ 39 ਕਰੋੜ ਤਾਂ ਕਹਿੰਦੇ ਪੈਸਾ ਜਿਹੜਾ ਇਹੋ ਜਿਹੀਆਂ ਸੰਸਥਾਵਾਂ ਨੂੰ ਗਿਆ ਜਿਹੜੇ ਭੂਤ ਬੰਗਲੇ ਆ, ਜਿਨ੍ਹਾਂ ਦਾ ਪਤਾ ਹੀ ਕੋਈ ਨਹੀਂ ਕਿ ਉਹ ਕਾਲਜ ਕਿੱਥੇ ਨੇ, ਕਾਲਜ ਐਗਜ਼ਿਸਟ ਨਹੀਂ ਕਰਦੇ, ਉੱਥੇ ਚਲਾ ਗਿਆ। 17 ਕਰੋੜ ਉਹਨਾਂ ਨੇ ਕਿਹਾ ਕਿ ਗਲਤ ਵੰਡਿਆ ਗਿਆ। ਇਹ ਫਾਈਂਡਿੰਗ ਸੀ ਜਿਹੜੀ ਪਹਿਲਾ ਕਮਿਸ਼ਨ ਦਾ। ਸਾਰੇ ਸਕੈਂਡਲ ਦੀ ਡਿਟੇਲ ਪਵਨ ਕੁਮਾਰ ਟੀਨੂ ਜੀ ਤੁਹਾਨੂੰ ਬਾਅਦ 'ਚ ਡਿਟੇਲਸ ਦੇਣਗੇ। ਮੁੱਖ ਮੰਤਰੀ ਸਾਹਿਬ ਦਾ ਯਾਰਾਨਾ ਸਾਧੂ ਸਿੰਘ ਧਰਮਸੋਤ ਨਾਲ ਹੈ, ਕਿਉਂਕਿ ਪਤਾ ਹੀ ਹੈ ਕਿ ਰੋਜ਼ ਜੋ ਕੁਝ ਮੁੱਖ ਮੰਤਰੀ ਸਾਹਿਬ ਦੇ ਬਾਰੇ ਫੀਲਡਿੰਗ ਕਰਨੀ ਹੁੰਦੀ ਹੈ, ਬੈਟਿੰਗ ਕਰਨੀ ਹੁੰਦੀ ਹੈ, ਉਹ ਜਾ ਕੇ ਧਰਮਸੋਤ ਨੇ ਕਰਨੀ ਹੁੰਦੀ ਹੈ। ਇਸ ਕਰਕੇ ਉਹਨਾਂ ਨੇ ਵਿਚਾਰ ਕੀਤਾ, ਮੁੱਖ ਸਕੱਤਰ ਸਾਹਿਬ ਦੀ ਇਨਕੁਆਇਰੀ ਲਾਤੀ ਤੇ ਉਹਨੂੰ ਕਿਹਾ ਕਿ ਤੂੰ ਡਟ ਕੇ ਉੱਤੇ ਬੈਠਾ ਰਹਿ ਕੁਰਸੀ ਤੇ ਇੱਦਾਂ ਹੀ ਇਨਕੁਆਇਰੀ ਕਰਾ ਕੇ ਤੈਨੂੰ ਬਰੀ ਕਰ ਦੇ। ਹੁਣ ਅੱਜ ਮੈਂ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ ਕਿ ਮੁੱਖ ਸਕੱਤਰ ਸਾਹਿਬਾਂ ਨੇ ਪੂਰੀ ਕੋਸ਼ਿਸ਼ ਕਰ ਲਈ ਹੈ, ਪਰ 7 ਕਰੋੜ ਦਾ ਕਹਿੰਦੇ ਹਾਲੇ ਵੀ ਜਿਹੜਾ ਉਹ ਕੰਮ ਹੈਗਾ। ਚਲੋ ਮੈਂ ਕਹਿੰਦਾ 55 ਕਰੋੜ ਹੈ, 7 ਕਰੋੜ ਹੈ, ਇੱਕ ਪੈਸੇ ਦਾ ਵੀ ਜੇ ਗਬਨ ਹੋਵੇ ਸਰਕਾਰ ਦੇ ਵਿੱਚ ਤੇ ਬੰਦਾ ਗ੍ਰਿਫਤਾਰ ਹੋ ਕੇ ਅੰਦਰ ਹੋਣਾ ਚਾਹੀਦਾ। ਹੁਣ ਨਵੀਂ ਗੱਲ ਹੋ ਗਈ ਕਿ ਕੇਂਦਰ ਸਰਕਾਰ ਦਾ ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਆਫ ਮਿਨਿਸਟਰੀ ਹੈ, ਉਹਨੇ ਵੀ ਇਹਨਾਂ ਦੀਆਂ ਜਿਹੜੀਆਂ ਹੁਣ ਤੱਕ ਦੀਆਂ ਦਲੀਲਾਂ ਉਹਨੂੰ ਨਹੀਂ ਮੰਨਿਆ। ਪੈਸਾ ਕੇਂਦਰ ਸਰਕਾਰ ਨੇ ਭੇਜਿਆ ਸੀ, ਉਹਨਾਂ ਨੇ CBI ਦੀ ਇਨਕੁਆਇਰੀ ਜਿਹੜੀ ਹੈ ਉਹ ਸ਼ੁਰੂ ਕਰਾ ਦਿੱਤੀ। ਕੰਪਲੇਂਟ ਕਰਕੇ CBI ਦੀ ਇਨਕੁਆਇਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਸ਼ੁਰੂ ਹੋਈ ਹੈ, ਪਰ ਮੈਂ ਸਮਝਦਾ ਕਿ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਆ। ਜੇ CBI ਦੀ ਇਨਕੁਆਇਰੀ ਹੋ ਗਈ ਤੇ ਮੁੱਖ ਮੰਤਰੀ ਸਾਹਿਬ ਦਾ ਫਰਜ਼ ਬਣਦਾ ਸੀ ਕਿ ਤੂੰ ਘੱਟੋ ਘੱਟ ਇਹਨੂੰ ਮਿਨਿਸਟਰੀ ਤੋਂ ਤੁਰੰਤ ਹਟਾ ਦਿੱਤਾ ਜਾਵੇ। ਜਾਂ ਨੈਤਿਕਤਾ ਇਸ ਗੱਲ ਦੀ ਮੰਗ ਕਰਦੀ ਸੀ ਕਿ ਆਪਣੇ ਆਪ ਸਾਧੂ ਸਿੰਘ ਧਰਮਸੋਤ, ਵੈਸੇ ਅਸੀਂ ਉਮੀਦ ਨਹੀਂ ਕਰਦੇ ਕਿ ਉੱਥੇ ਉਹ ਅਸਤੀਫਾ ਦੇ ਦੇਣਗੇ, ਪਰ ਨੈਤਿਕਤਾ ਇਸ ਗੱਲ ਦੀ ਮੰਗ ਕਰਦੀ ਸੀ ਕਿਉਂਕਿ ਰੁਤਬਾ ਕੈਬਨਿਟ ਮਿਨਿਸਟਰ ਦਾ, ਇਸ ਕਰਕੇ ਉਹਨਾਂ ਨੂੰ ਸਟੈਪ ਡਾਊਨ ਕਰਨਾ ਚਾਹੀਦਾ ਸੀ ਆਪਣੇ ਆਪ ਕਿ ਪਹਿਲਾਂ ਇਨਕੁਆਇਰੀ ਹੋ ਲੈਣ ਦਿਓ। ਕਿਉਂਕਿ ਆਪਣੇ ਮੁੱਖ ਸਕੱਤਰ ਵਾਲੀ ਰਿਪੋਰਟ ਵੀ ਹਾਲੇ ਤੱਕ ਜਨਤਕ ਨਹੀਂ ਹੋਈ, ਜੋ ਅਖਬਾਰ ਦੇ ਵਿੱਚ ਅੱਜ ਛਪਿਆ, ਬੜੀ ਵੱਡੀ ਅੰਗਰੇਜ਼ੀ ਦੇ ਅਖਬਾਰ ਦੇ ਵਿੱਚ, ਕਿ ਉਹਨਾਂ ਵੀ ਇਹਨਾਂ ਨੂੰ ਤਾਂ ਕਹਿ ਦਿੱਤਾ ਕਿ 7 ਕਰੋੜ ਤਾਂ ਬਿਲਕੁਲ ਹੀ ਕਿਸੇ ਤਰੀਕੇ ਢੱਕਿਆ ਨਹੀਂ ਜਾ ਸਕਦਾ। ਇਹਨਾਂ ਨੂੰ ਗਬਨ ਤਾਂ ਆਪਣੇ ਆਪ ਸਾਹਮਣੇ ਆ ਰਿਹਾ। ਇਸ ਲਈ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਘੱਟੋ ਘੱਟ ਗਰੀਬ ਲੋਕਾਂ ਦਾ ਪੈਸਾ ਖਾਣ ਵਾਲੇ, ਦਲਿਤ ਵਰਗ ਦਾ ਪੈਸਾ ਖਾਣ ਵਾਲੇ, ਪਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਦਾ ਪੈਸਾ ਖਾਣ ਵਾਲੇ ਇਸ ਮੰਤਰੀ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ। ਉਹਦੀ ਡਿਟੇਲ ਬਾਅਦ 'ਚ ਤੁਹਾਨੂੰ ਸਾਰੀ ਜਿਹੜੀ ਹੈ ਪਵਨ ਕੁਮਾਰ ਜੀ ਦਿੰਦੇ।
ਦੂਜੀ ਗੱਲ ਹੈ ਕਿ ਕਾਂਗਰਸ ਦੇ ਪ੍ਰਧਾਨ ਸਾਹਿਬ ਕੱਲ ਆਪਣੇ ਬਾਕੀ ਜਿਹੜੇ ਵਰਕਿੰਗ ਪ੍ਰਧਾਨ ਸਾਹਿਬ ਦੇ ਨਾਲ ਚਿੱਠੀ ਦੇ ਕੇ ਆਏ ਆ ਇੱਕ ਮੁੱਖ ਮੰਤਰੀ ਸਾਹਿਬ ਨੂੰ। ਮੈਂ ਬੜਾ ਹੈਰਾਨ ਹੁੰਦਾ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਬੜੇ ਦਿਨ ਵੱਡੀ ਚੌੜੀਆਂ ਸਾਰਿਆਂ ਦੀ ਗੱਲਬਾਤ ਸੁਣ ਕੇ ਤੇ 18 ਪ੍ਰੋਗਰਾਮਾਂ ਦਾ ਐਲਾਨ ਕੀਤਾ ਸੀ ਕਿ 18 ਪੁਆਇੰਟ ਘੱਟੋ ਘੱਟ ਛੇਤੀ ਲਾਗੂ ਕਰ ਦੇ। ਹੁਣ ਸਿੱਧੂ ਸਾਹਿਬ 18 ਤੋਂ 5 ਤੇ ਆ ਗਏ। ਪਹਿਲਾਂ ਤਾਂ ਮੈਂ ਪੁੱਛਦਾ ਵੀ 13 ਪੁਆਇੰਟ ਪ੍ਰਧਾਨ ਸਾਹਿਬ ਕਿੱਥੇ ਗਏ? ਹਾਲੇ ਤੇ ਪ੍ਰਧਾਨਗੀ ਦੀ ਤੁਸੀਂ ਸਹੁੰ ਹੀ ਚੱਕੀ ਆ, ਉੱਥੇ ਜਿਹੜੀ ਆ ਡਰਾਮਾ ਹੀ ਕੀਤਾ ਤੇ 13 ਪੁਆਇੰਟ ਤੁਸੀਂ ਆਉਂਦਿਆਂ ਹੀ ਜਿਹੜੇ ਹਾਈ ਕਮਾਂਡ ਦੇ ਲਿਸਟ ਚੋਂ ਕੱਢ ਦਿੱਤੇ। ਪਹਿਲਾਂ ਤਾਂ ਇਹ ਦੱਸੋ ਵੀ ਇਹ 13 ਕਿੱਦਾਂ ਘਟ ਗਏ? ਇਹਨਾਂ 13 ਦੇ ਵਿੱਚ ਤੁਸੀਂ ਇਹ ਤਾਂ ਜਿਹੜੇ 5 ਲਿਖ ਕੇ ਦੇ ਕੇ ਆਏ ਹੋ, ਇਹ ਤਾਂ ਤੁਸੀਂ ਆਪਣੀ ਬੱਲੇ ਬੱਲੇ ਕਰਾਈ, ਜਿਹੜਾ ਆਪਣਾ ਖੂਹ ਦਾ ਰੋਲ ਨਿਭਾਇਆ ਵੀ ਜਿਹੜਾ ਤੁਹਾਡਾ ਹੰਕਾਰ ਸੀ ਕਿ ਮੈਂ ਖੂਹ ਆ ਤੇ ਪਿਆਸਾ ਮੇਰੇ ਕੋਲ ਚੱਲ ਕੇ ਆਵੇ। ਚਲੋ ਖੈਰ ਉਹਨਾਂ ਨੇ ਤਾਂ ਜਵਾਬ ਦੇ ਦਿੱਤਾ ਚੰਗੀ ਤਰ੍ਹਾਂ ਨੇ ਹੰਕਾਰ ਦਾ, ਸਾਰੇ ਕਿਸਾਨਾਂ ਨੇ, ਲੋਕਾਂ ਨੇ ਵੀ ਦਿੱਤਾ, ਪਾਰਟੀਆਂ ਨੇ ਵੀ ਦਿੱਤਾ। ਪਰ ਤੁਸੀਂ ਸਿੱਧੂ ਸਾਹਿਬ ਇਹ ਤਾਂ ਲਿਖ ਕੇ ਦੇ ਕੇ ਆਏ ਕਿ ਇਹ ਕੈਂਸਲ ਹੋਣੇ ਚਾਹੀਦੇ ਆ ਕਾਨੂੰਨ। ਇਹ ਤਾਂ ਮੁੱਖ ਮੰਤਰੀ ਪੰਜਾਬ ਨਹੀਂ ਕਰ ਸਕਦਾ, ਕੇਂਦਰ ਸਰਕਾਰ ਨੇ ਕਰਨੇ। ਤੁਸੀਂ ਇਹ ਕਿਉਂ ਨਹੀਂ ਲਿਖ ਕੇ ਦੇ ਕੇ ਆਏ ਕਿ ਘੱਟੋ ਘੱਟ ਜਿਹੜੀ 2017 ਦੇ ਵਿੱਚ 4 ਅਮੈਂਡਮੈਂਟ APMC ਐਕਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀਆਂ ਸੀ ਵੀ ਉਹ ਇਮੀਡੀਏਟਲੀ ਕਰੋ ਤਾਂ ਜੋ ਦੇਸ਼ ਦੀ ਬਾਕੀ ਸਰਕਾਰ ਨੂੰ ਵੀ ਤੁਸੀਂ ਕਹਿਣ ਵਾਲੇ ਬਣੋ। ਮੈਂ ਪੁੱਛਦਾ ਕਿ ਕੀ ਇਹਨਾਂ ਦੀ ਜਾਣਕਾਰੀ ਦੇ ਵਿੱਚ ਨਹੀਂ ਸੀ ਕਿ APMC ਐਕਟ ਦੇ ਵਿੱਚ ਜਿਹੜੀਆਂ 4 ਸੋਧਾਂ ਕੀਤੀਆਂ ਗਈਆਂ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ 2017 ਦੇ ਵਿੱਚ, ਉਹ ਸੇਮ ਨੇ ਜਿਹੜੇ ਉਹੀ 3 ਕਾਨੂੰਨ ਆ। ਤੇ ਤੁਸੀਂ ਆਪਣੀ ਸਰਕਾਰ ਨੂੰ ਜੇ ਕੱਲ ਕਹਿਣ ਗਏ ਸੀ ਤੇ ਤੁਸੀਂ ਘੱਟੋ ਘੱਟ ਇੱਥੇ ਸਮਝੌਤਾ ਕਿਉਂ ਕੀਤਾ? ਦੂਜੀ ਗੱਲ ਕਿ ਤੁਸੀਂ ਜਿਹੜੀ ਸਾਰਿਆਂ ਨੇ ਗੁਟਕਾ ਸਾਹਿਬ ਦੀ ਸਹੁੰ ਚੁਕਾਈ ਸੀ ਕਿ ਸਾਰਾ ਕਿਸਾਨੀ ਦਾ ਕਰਜ਼ਾ ਮਾਫ ਹੋਏਗਾ, ਉਹ ਤੁਹਾਡੇ ਕੱਲ ਵਾਲੀ ਚਿੱਠੀ ਦੇ ਵਿੱਚੋਂ ਗਾਇਬ ਕਿਉਂ ਹੈ? ਇਹਦਾ ਮਤਲਬ ਕਿ ਨਵੇਂ ਪ੍ਰਧਾਨ ਸਾਹਿਬ ਕਾਂਗਰਸੀਆਂ ਨੇ ਮੰਨ ਲਿਆ ਕਿ ਕਰਜ਼ੇ ਮਾਫੀ ਨੂੰ ਜਿਹੜਾ ਕਿਸਾਨ ਭੁੱਲ ਜਾਣ। ਜਿਹੜੀ ਗੁਟਕਾ ਸਾਹਿਬ ਦੀ ਸਹੁੰ ਖਵਾ ਕੇ ਤੇ ਤੁਸੀਂ ਕਰਜ਼ੇ ਮਾਫੀ ਦੀ ਗੱਲ ਕੀਤੀ ਸੀ, ਉਹ ਤੁਹਾਡੇ ਪੰਜਾਂ ਦੇ ਵਿੱਚ ਸ਼ਾਮਲ ਨਹੀਂ। ਕਿਹੜਾ ਟਾਈਮ ਰਹਿ ਗਿਆ? ਹੁਣ 2-3 ਮਹੀਨਿਆਂ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਜਾਣਾ। ਕਿਹੜਾ ਸਮਾਂ ਸਰਕਾਰ ਦੇ ਕੋਲੇ ਰਹਿ ਗਿਆ ਕਿ ਜਿਹੜਾ ਤੁਸੀਂ ਇਹ ਪੰਜਾਂ ਦੇ ਵਿੱਚ ਸ਼ਾਮਲ ਨਹੀਂ ਕੀਤਾ? ਇਹਦਾ ਮਤਲਬ ਕਿ ਇਸ ਵਾਅਦੇ ਤੋਂ ਮੁਕਰਨ ਦੇ ਵਿੱਚ ਤੁਸੀਂ ਵੀ ਬਤੌਰ ਪ੍ਰਧਾਨ ਜਿਹੜੇ ਆ ਉਨੇ ਸ਼ਾਮਲ ਹੋ ਜਿੰਨਾ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਏ। ਤੀਜੀ ਗੱਲ ਕਿ ਮੈਂ ਚਿੱਠੀ ਧਿਆਨ ਨਾਲ ਪੜ੍ਹ ਰਿਹਾ ਸੀ ਕਿ ਨੌਜਵਾਨਾਂ ਨੂੰ ਵੀ ਘਰ ਘਰ ਨੌਕਰੀਆਂ ਦਾ ਵਾਅਦਾ ਕਾਂਗਰਸ ਸਰਕਾਰ ਨੇ ਉਦੋਂ ਗੁਟਕਾ ਸਾਹਿਬ ਦੀ ਸਹੁੰ ਫੜ ਕੇ ਕੀਤਾ ਸੀ। ਤੇ ਪ੍ਰਧਾਨ ਸਾਹਿਬ ਹੁਣ ਨੌਜਵਾਨਾਂ ਨੂੰ ਗੱਲਾਂ ਤਾਂ ਚੁਟਕਲੇ ਤਾਂ ਬੜੇ ਵਧੀਆ ਸੁਣਾਉਂਦੇ ਆ ਤੇ ਕੱਲੇ ਚੁਟਕਲਿਆਂ ਦੇ ਨਾਲ ਨੌਜਵਾਨਾਂ ਦਾ ਢਿੱਡ ਕਿੱਥੋਂ ਭਰ ਜਾਏਗਾ? ਕੀ ਤੁਹਾਡਾ ਫਰਜ਼ ਨਹੀਂ ਸੀ ਬਣਦਾ ਕਿ ਸਰਕਾਰ ਨੂੰ ਜਾ ਕੇ ਕਹਿੰਦੇ ਕਿ ਇਮੀਡੀਏਟਲੀ ਜਿਹੜੀ ਖਾਲੀ ਜਿੰਨੀਆਂ ਪੋਸਟਾਂ ਪੰਜਾਬ ਦੇ ਵਿੱਚ ਉਹ ਜਿਹੜੀਆਂ ਉਹ ਭਰੀਆਂ ਜਾਣ? ਔਰ ਦੂਜੀ ਗੱਲ ਜਿਹੜੀ ਮੈਂ ਉਹਨਾਂ ਨੂੰ ਪੁੱਛਣੀ ਚਾਹੁੰਦਾ ਕਿ ਕੀ ਕਰਪਸ਼ਨ ਹੁਣ ਤੁਹਾਡੇ ਏਜੰਡੇ ਦੇ ਉੱਤੇ ਕੋਈ ਇਸ਼ੂ ਨਹੀਂ? ਤੁਹਾਡੇ ਤੇ ਵੀ ਤੁਸੀਂ ਤਾਂ ਬੜੀਆਂ ਇਮਾਨਦਾਰੀ ਦੀਆਂ, ਟਰਾਂਸਪੇਰੈਂਸੀ ਦੀਆਂ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਸੀਗੀਆਂ। ਅੱਜ ਤੁਸੀਂ ਉਹਨਾਂ ਨਜਾਇਜ਼ ਸ਼ਰਾਬ ਦੇ ਠੇਕੇਦਾਰ ਜਿਹੜੇ MLA ਆ ਜਿਨ੍ਹਾਂ ਦੀਆਂ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, ਜਿਹੜੇ ਤੁਹਾਡੇ ਆਲੇ ਦੁਆਲੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਹਿਲੇ ਦਿਨ ਖੜੇ ਸੀ, ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਕੀਤੀ ਕਿ ਤੁਸੀਂ ਵੀ ਨਾਲ ਕਰਪਸ਼ਨ ਦੇ ਉੱਤੇ ਉਹਨਾਂ ਸਮਝੌਤਾ ਕਰ ਲਿਆ? ਮੈਂ ਫਿਰ ਰਿਪੀਟ ਕਰਦਾ ਕਿ ਜਿਹੜੇ 125 ਬੰਦੇ ਮਰੇ ਸੀ, ਜਿਹੜੇ ਉਹਨਾਂ ਦੇ ਆਪਣੇ ਜਿਸ ਇਲਾਕੇ ਨੂੰ ਰਿਪਰੈਜ਼ੈਂਟ ਕਰਦੇ ਆ ਉਹਦੇ ਆਸ-ਪਾਸ ਦੇ ਸੀ, ਤੇ ਉਹਨਾਂ ਦਾ ਤੁਸੀਂ ਫਿਰ ਕਿਉਂ ਭੁੱਲ ਗਏ? ਤੁਸੀਂ ਉੱਥੇ ਫਿਰ ਕਿਉਂ ਨਹੀਂ ਜ਼ੋਰ ਦਿੱਤਾ ਕਿ ਜਿਹੜੇ ਵੱਡੇ ਮਗਰਮੱਛ ਸੀ ਜਿਨ੍ਹਾਂ ਦੀਆਂ ਇੰਡਸਟਰੀਆਂ ਦੇ ਵਿੱਚੋਂ, ਡਿਸਟਿਲਰੀਆਂ ਦੇ ਵਿੱਚੋਂ ਉਹ ਸਾਰੀ ਨਜਾਇਜ਼ ਸ਼ਰਾਬ ਜਿਹੜੀ ਨਿਕਲ ਕੇ ਆਈ ਸੀ, ਕਿ ਘੱਟੋ ਘੱਟ ਸਾਨੂੰ ਉਸ ਡਿਸਟਿਲਰੀ ਦਾ ਨਾਂ ਹੀ ਸਰਕਾਰ ਕੋਲੋਂ ਪਤਾ ਕਰ ਦਿੰਦੇ ਕਿ ਉਸ ਡਿਸਟਿਲਰੀ ਦਾ ਨਾਂ ਕੀ ਹੈ। ਤੇ ਫਿਰ ਤੁਸੀਂ ਉਹ ਵੀ ਨਹੀਂ ਗੱਲ ਕੀਤੀ ਕਿ ਜਿਹੜਾ ਉੱਥੇ ਰੇਤਾ ਦਾ, ਸਾਡੇ ਪ੍ਰਧਾਨ ਸਾਹਿਬ ਨੇ ਵੀ 2 ਥਾਂ ਦੇ ਉੱਤੇ ਜਾ ਕੇ ਮੌਕੇ ਦੇ ਉੱਤੇ ਮੀਡੀਆ ਨੂੰ ਦਿਖਾਇਆ ਕਿ 200 ਫੁੱਟ ਤੱਕ ਮਾਈਨਿੰਗ ਹੋ ਰਹੀ ਹੈ
ਫਿਰ ਜਿਹੜੇ ਤੁਹਾਡੇ ਸੱਜੇ ਖੱਬੇ ਸਾਰੇ ਉਹ ਜਿਹੜੇ ਠੇਕੇਦਾਰ ਆ ਰੇਤਾ ਦੇ ਖੜੇ ਸੀ ਨਜਾਇਜ਼ ਮਾਈਨਿੰਗ ਵਾਲੇ, ਫਿਰ ਉਹਨਾਂ ਦੇ ਦਬਾਅ ਥੱਲੇ ਤੁਸੀਂ ਜਾ ਕੇ ਮੁੱਖ ਮੰਤਰੀ ਨੂੰ ਚਿੱਠੀ ਦੇ ਵਿੱਚ ਇਹ ਵੀ ਦਰਜ ਕਰਨਾ ਭੁੱਲ ਗਏ ਕਿ ਜਿਹੜਾ ਵਾਤਾਵਰਨ ਪੰਜਾਬ ਦਾ ਤਬਾਹ ਕਰ ਦਿੱਤਾ, ਦਰਖਤ ਸੁੱਕ ਗਏ ਆ, ਪ੍ਰਦੂਸ਼ਿਤ ਕਰ ਦਿੱਤਾ ਵਾਤਾਵਰਨ, ਖਜ਼ਾਨੇ ਨੂੰ ਚੋਰੀ ਕੀਤਾ, ਉਹਦੇ ਉੱਤੇ ਤੁਹਾਡਾ ਕੀ ਸਟੈਂਡ ਆ? ਇਸ ਕਰਕੇ ਇੱਕ ਮੈਂ ਹੋਰ ਕੁਐਸਚਨ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਪੀਪੀਏ ਜਿਹੜੇ ਐਗਰੀਮੈਂਟ ਸੀ ਬਿਜਲੀ ਸਮਝੌਤੇ ਦੇ, ਉਹ ਤਾਂ ਲਿਖ ਕੇ ਦੇ ਦਿੱਤੇ ਲੋਕਾਂ ਦਾ ਘਰ ਪੂਰਾ ਕਰਨ ਵਾਸਤੇ, ਵੀ ਮੈਂ ਲਿਖ ਕੇ ਦਿਆਂ ਕਿ ਇਹਨਾਂ ਨੂੰ ਜਿਹੜਾ ਕੈਂਸਲ ਕਰ ਦਿਓ। ਪਰ ਮੈਂ ਸਿੱਧੂ ਸਾਹਿਬ ਇਹ ਪੁੱਛਣਾ ਕਿ ਇਹ ਵੀ ਪੁੱਛਣਾ ਸੀ ਕਿ ਇਹਨਾਂ ਸਮਝੌਤਿਆਂ ਦੇ ਤਹਿਤ ਜਿਹੜਾ ਰਲ ਮਿਲ ਕੇ ਸਰਕਾਰ ਨੇ, ਸਰਕਾਰ ਦੇ ਅਫਸਰਾਂ ਨੇ ਕੇਸ ਹਾਰੇ, ਜਿਹਦੇ ਕਰਕੇ 2.5 ਕਰੋੜ ਰੁਪਈਆ ਕੰਪਨੀਆਂ ਨੂੰ ਦੇਣਾ ਪਿਆ, ਤੁਸੀਂ ਉਹਦੇ 'ਚ ਇਨਕੁਆਇਰੀ ਦੀ ਮੰਗ ਕਿਉਂ ਨਹੀਂ ਕੀਤੀ ਕਿ ਕੌਣ ਅਫਸਰ ਜ਼ਿੰਮੇਵਾਰ ਹੈ ਜਿਹਨੇ ਗਲਤ ਤੱਥ ਪੇਸ਼ ਕੀਤੇ ਜਾ ਕੇ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ, ਤੇ ਜਿਹਦੇ ਕਰਕੇ ਕੇਸ ਹਾਰਿਆ ਤੇ 2.5 ਕਰੋੜ ਰੁਪਈਆ ਇੱਕ ਦੇਣਾ ਪੈ ਗਿਆ ਤੇ ਅੱਗੋਂ ਲਗਾਤਾਰ ਉਹ ਪੈਸਾ ਫਿਰ ਦੇਣਾ ਪੈਣਾ। ਤੁਸੀਂ ਕੱਲ ਉਸ ਕਰਪਸ਼ਨ ਦੀ ਗੱਲ ਜਿਹੜੀ ਹੈ ਪ੍ਰਾਈਵੇਟ ਕੰਪਨੀਆਂ ਦੇ ਨਾਲ, ਉਹਦੀ ਕਿਉਂ ਨਹੀਂ ਜੁੜੀ? ਤੁਸੀਂ 1600 ਕਰੋੜ ਰੁਪਈਆ ਜਿਹੜਾ ਨਜਾਇਜ਼ ਕੇਸ ਹਾਰਿਆ ਇੱਕ ਮਾਈਨਿੰਗ ਕੰਪਨੀ ਨੂੰ ਫਾਇਦਾ ਦੇਣ ਵਾਸਤੇ, ਕੋੜੇ ਦੀ ਨੂੰ, ਉਹਦੀ ਗੱਲ ਐਮਟਾ ਦੀ ਗੱਲ ਕਿਉਂ ਨਹੀਂ ਕੀਤੀ ਕਿ ਉਹਦੇ ਵਿੱਚ ਕਿਹੜਾ ਅਫਸਰ ਜ਼ਿੰਮੇਵਾਰ ਸੀ ਜਿਹਨੇ ਆਰਬਿਟਰੇਟਰ ਦਾ ਫੈਸਲਾ ਜਿਹੜਾ ਉਹ 2.5 ਸਾਲ ਤੱਕ ਲਗਾ ਕੇ ਰੱਖਿਆ ਕਿ ਕਿਤੇ ਸੁਪਰੀਮ ਹਾਈ ਕੋਰਟ ਜਿਹੜੀ ਆ ਇੱਥੇ ਸਟੇਟ ਗਵਰਨਮੈਂਟ ਨੂੰ ਰਿਲੀਫ ਨਾ ਦੇ ਦੇ, ਔਰ 2.5 ਸਾਲ ਬਾਅਦ ਉਹ ਹਾਈ ਕੋਰਟ ਦੇ ਵਿੱਚ ਗਿਆ ਤੇ ਜੱਜ ਸਾਹਿਬ ਨੇ ਥੱਲੇ ਮਾਰਿਆ ਕਿ ਤੁਸੀਂ ਜਾਣਬੁੱਝ ਕੇ 2.5 ਸਾਲ ਆਪਣੇ ਕੋਲ ਕਿਉਂ ਨਹੀਂ ਰੱਖਿਆ। ਇਸ ਕਰਕੇ ਇਹ ਸਾਰੇ ਜਿਹੜੇ ਇਸ਼ੂ ਸੀ, ਇਹ ਸਾਰੇ ਇਸ਼ੂ ਉਹਨਾਂ ਨੇ ਕਿਉਂ ਨਹੀਂ ਰੱਖੇ, ਇਹ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਨਤਕ ਤੌਰ ਤੇ, ਉਹਦਾ ਜਵਾਬ ਦੇ। ਇੱਕ ਜਾਖੜ ਸਾਹਿਬ ਨੂੰ ਵੀ ਬੇਨਤੀ ਹੈ ਕਿ ਇੱਕ ਮੰਤਰੀ ਦਾ ਨਾਮ ਲਈ ਜਾਂਦੇ ਹੋ, ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਉਹਦੀ ਵੀ ਜਾਂਚ ਹੋਣੀ ਚਾਹੀਦੀ, ਅਸੀਂ ਪਹਿਲਾਂ ਵੀ ਮੰਗ ਕੀਤੀ ਹੈ ਕਿ ਜਿਹੜੀ 4 ਸਾਲ ਤੁਹਾਡੇ ਰਾਜ ਦੇ ਵਿੱਚ ਹੋਇਆ ਉਹਦਾ ਬਾਕੀ ਹਿਸਾਬ ਕੌਣ ਦਊਗਾ? ਹੁਣ ਹਿੰਮਤ ਕਰੋ ਜਾਖੜ ਸਾਹਿਬ, ਇਹ ਕਰਪਸ਼ਨ ਜਿਹੜੀ ਤੁਹਾਡੇ ਟਾਈਮ ਤੇ ਹੋਈ ਆ ਘੱਟੋ ਘੱਟ ਰੋਕ ਨਹੀਂ ਸਕੇ, ਨਾ ਤਾਂ ਦੱਸੋ ਹੁਣ ਇਹ ਤੋਂ ਬਾਅਦ ਤਾਂ ਕੀ ਮਿਲਣਾ ਤੁਹਾਨੂੰ? ਜਿੰਨਾ ਜਲੀਲ ਇਹਨਾਂ ਨੇ ਤੁਹਾਨੂੰ ਕਰਨਾ ਸੀ ਕਰ ਦਿੱਤਾ, ਹੁਣ ਘੱਟੋ ਘੱਟ ਇਹਨਾਂ ਦਾ ਮੂੰਹ ਖੋਲੋ ਕਿ ਜਿਹੜੀ ਬਾਕੀ ਐਡੇ ਵੱਡੇ ਸਕੈਂਡਲ ਆ ਇਹਦੀ ਵੀ ਜਾਂਚ ਦੀ ਮੰਗ ਤਾਂ ਕਰਦੇ ਹੋ, ਕਰਨੀ ਤਾਂ ਨਹੀਂ, ਸਾਨੂੰ ਪਤਾ ਕਲੀਨ ਚਿੱਟਾਂ ਤੁਸੀਂ ਉੱਥੇ ਸਾਰੀਆਂ ਕੱਢ ਕੇ ਰੱਖੀਆਂ। ਅਕਾਲੀ ਦਲ ਅਤੇ ਹੋਰ ਵੱਖ-ਵੱਖ ਪਾਰਟੀਆਂ ਵੱਲੋਂ ਲਗਾਤਾਰ ਸੰਸਦ ਦੇ ਬਾਹਰ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਨੇ ਜਿਸ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਦੇ ਨਾਲ ਸੰਬੰਧਿਤ ਜੋ ਕੇਂਦਰ ਸਰਕਾਰ ਕਾਨੂੰਨ ਲੈ ਕੇ ਆਈ ਹੈ ਉਹਨਾਂ ਨੂੰ ਵਾਪਸ ਲਿਆ ਜਾਵੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਰੋਜ਼ਾਨਾ ਅਜਿਹਾ ਕੀਤਾ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਅੱਜ ਵੀ ਇਸ ਦੇ ਬਾਰੇ ਵਿੱਚ ਪੋਸਟ ਸਾਂਝੀ ਕੀਤੀ ਹੈ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਬਿੱਲ ਰੱਦ ਕਰਨੇ ਚਾਹੀਦੇ ਨੇ। Our agenda of Shhromani Akali Dal BSP is farmers' issue. We have always requested the President of India also to intervene, and we have seen this government is running away from drawing the laws. So I request all the people, all political parties, that we should come under one stand, take one issue, till that is fulfilled, then we should take up another. We have been forcing within the house and outside. Within the house, they don't listen. They purposely suppress the voice of the people. Outside the house, we are standing here from the day one till now. We are standing here. It doesn't bother the government. It seems as if they are on a dictatorship mode, not a democracy. We are supposed to be called the biggest democracy, largest democracy in the world. I think now it's become the largest dictatorship in the world, where one dictator is trying to crush the voice of the people, which is against the basic spirit of the constitution. People's voice has to be heard. In parliament, they're crushing the voice. Outside parliament, they're crushing the voice. This is not accepted. PM is himself stalling the work. PM wants the session can start immediately, just now in 1 minute. He's the main culprit of stalling the work. He just has to order all the laws withdrawn. We can have another discussion after that on that. But he should first withdraw all the laws. वो उनको चूज करते हैं जो अब उनके यस में है। स्पेस कहाँ दिया उन्होंने? जो लेडीज हैं उनकी आवाज़ कुचली जा रही है बीजेपी सरकार में। लोग आप जाके देखें किसान आंदोलन में कितनी लेडीज बैठी हैं।
उनके घर छोड़ के बैठी हैं। क्या उनकी आवाज़ को समझा जा रहा है? जो गरीब संघर्ष कर रहे हैं, जो लेडीज़ घर में संघर्ष कर रही हैं, आज इतनी महंगाई हो गई, आज डीजल कहाँ से कहाँ चला गया, क्या बीजेपी सरकार उनकी बात सुन रही है? किसी की नहीं सुन रही। अंबानी और अडानी के बगैर किसी की आवाज़ यहाँ देश में नहीं है सुनी जा रही। हम अडानी और अंबानी अमीर हो रहे हैं, देश गरीब हो रहा है। डिक्टेटरशिप है यहाँ, बिल्कुल डिक्टेटरशिप है। आवाज़ कुचलने का काम किया जाता है। किसान की आवाज़ कुचल दी, गरीब की आवाज़ कुचल दी, बचा कौन है यहाँ? व्यापारी रो रहा है, सारा बिजनेस ठप हो गया है। प्रेस की आज़ादी पहली बार देश में हुआ है, प्रेस की आज़ादी को कुचलाया जा रहा है। फोन टैपिंग हो रहा है, हर ऐसा हो रहा है जैसे मार्शल लॉ होता है। कहाँ, जैसे इंदिरा गांधी ने इमरजेंसी लेके आई थी इंदिरा गांधी, वैसा माहौल, उससे भी सख्त माहौल आज देश में हो गया। ਸੋ ਇਹ ਸਨ ਕੁਝ ਖਬਰਾਂ ਤੇ ਵੀਡੀਓਜ਼ ਜਿਹੜੀਆਂ ਅੱਜ ਦਾ ਦਿਨ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ, ਜਿਨ੍ਹਾਂ ਦੀ ਤੁਹਾਡੇ ਨਾਲ ਸਾਂਝ ਪਾਈ ਹੈ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।